ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹਿ। ਕਹੋ ਨਾਨਕ ਸੁਨ ਰੇ ਮਨ, ਦੁਰਲਭ ਮਾਨੁਖ ਦੇਹਿ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜ਼ਹੂਰ, ਚਬਰ ਸ਼ਤਰ ਤਖਤ ਅਤੇ ਵਕਤ ਦੇ ਮਾਲਕ, ਦੋ ਜਹਾਨ ਵਾਲੀ, ਹਾਲਤ ਪਲਤ ਕੇ ਰੱਖਿਆ ਲੋਕ ਪਰਲੋਕ ਕੇ ਸਹਾਇਕ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਜੁਗੋ ਜੁਗ ਅਟਲ, ਪਤਿਤ ਪਾਵਨ, ਕਿਰਪਾ ਨਿਧਾਨ, ਸਦ ਬਖਸ਼ੰਦ ਮਿਹਰਬਾਨ, ਦਿਆਲੂ ਕਿਰਪਾਲੂ ਦੀਨਾ ਬੰਧੂ, ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਤਿਗੁਰਾਂ ਦੇ ਪਾਵਨ ਸਤਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਮੁੜ ਭਾਗੇ ਹਾਂ, ਅੰਮ੍ਰਿਤ ਵੇਲੇ ਗੁਰ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਸੇਵਾ ਸਿਮਰਨ ਕਰਕੇ, ਬਾਣੀ ਪੜ੍ਹ ਸੁਣ ਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤਾਂ ਦਾ ਸਦਕਾ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਆਓ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ, ਮਨ ਹਿਰਦਿਆਂ ਨੂੰ ਕਰੀਏ ਸੁੱਧ, ਰਸਨਾ ਨੂੰ ਕਰੀਏ ਪਵਿੱਤਰ। ਸਮੂਹ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹਿ। ਨੌਵੇਂ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ, ਪਾਵਨ ਪਵਿੱਤਰ ਦਰਗਾਹੀ ਵਚਨ, ਰੱਬੀ ਬਾਣੀ, ਧੁਰ ਕੀ ਬਾਣੀ ਉਚਾਰਨ ਕਰ ਰਹੇ ਗਰੀਬ ਨਿਵਾਜ ਸਤਿਗੁਰੂ ਜੀ ਸਾਡੇ ਕਲਯੁਗ ਜੀਵਾਂ ਉੱਪਰ ਪਰਉਪਕਾਰ ਕਰਦੇ ਹੋਏ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਦੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਵਚਨ ਰੱਬੀ ਬਾਣੀ ਦੀ ਬਖਸ਼ਿਸ਼ ਰਹਿਮਤ ਕਰ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਸੰਸਾਰ ਭਟਕਣਾ ਵਿੱਚੋਂ ਕੱਢਦੇ ਹੋਏ ਪਾਵਨ ਪਵਿੱਤਰ ਦੀ ਉਪਦੇਸ਼ ਦੀ ਬਖਸ਼ਿਸ਼ ਰਹਿਮਤ ਕਰ ਰਹੇ ਹਨ। ਜੋ ਸੁਖ ਕੋ ਚਾਹੇ ਸਦਾ, ਜੇ ਕੋਈ ਭਾਈ ਸਦੀਵੀ ਸੁਖ ਚਾਹੁੰਦਾ ਹੈ, ਸ਼ਰਨ ਰਾਮ ਕੀ ਲੈ, ਤੋਂ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਰਾਮ ਦੀ ਸ਼ਰਨ ਵਿੱਚ ਆ ਜਾ। ਉਸ ਪਰਮਾਤਮਾ ਦੀ ਸ਼ਰਨ ਫੜ, ਫਿਰ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਸਦੀਵੀ ਸੁੱਖ ਮਨ ਦਾ ਸੁੱਖ, ਮਨ ਸੁਖ ਹੋ ਗਿਆ। ਜੇ ਮਨ ਸੁਖੀ ਹੋ ਗਿਆ ਤਾਂ ਦੁੱਖ ਦੇ ਵਿੱਚ ਵੀ, ਬਿਪਤਾ ਦੇ ਵਿੱਚ ਵੀ, ਰੋਗ ਦੇ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਵਿੱਚ ਚੱਲ ਕੇ ਜਿਹੜਾ ਜੀਵਨ ਹੈ ਉਹ ਦੁੱਖਾਂ ਤੋਂ ਰਹਿਤ ਬਤੀਤ ਕਰ ਲੈਂਦਾ ਹੈ।
ਜਿਸ ਤਰ੍ਹਾਂ ਅਸੀਂ ਸੰਸਾਰੀ ਲੋਕ ਥੋੜ੍ਹਾ ਜਿਹਾ ਕੋਈ ਦੁੱਖ ਆ ਪਵੇ ਤਾਂ ਅਸੀਂ ਵਿਆਕੁਲ ਹੋ ਜਾਂਦੇ ਹਾਂ, ਬੜੇ ਵਿਰਲਾਪ ਕਰਦੇ ਹਾਂ, ਬੜੇ ਉਲਾਂਭੇ ਦਿੰਦੇ ਹਾਂ। ਪਰ ਉਹ ਗੁਰਮੁਖ ਜਿਨ੍ਹਾਂ ਦਾ ਮਨ ਸੁਖੀ ਹੋ ਗਿਆ, ਉਹਨਾਂ 'ਤੇ ਚਾਹੇ ਵੱਡੀਆਂ ਵੱਡੀਆਂ ਮੁਸੀਬਤਾਂ ਆ ਪਈਆਂ, ਅਨੇਕਾਂ ਦੁੱਖ ਝੱਲੇ, ਪਰ ਮਨ ਦੁਖੀ ਨਹੀਂ ਹੋਇਆ। ਜੇਕਰ ਸਾਡਾ ਮਨ ਸੁਖੀ ਹੋ ਜਾਵੇ ਤਾਂ ਸਾਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਗਈ, ਉਹ ਫਿਰ ਕਿਸੇ ਦੁੱਖ, ਕਿਸੇ ਰੋਗ, ਕਿਸੇ ਵਿਪਤਾ ਆਉਣ 'ਤੇ ਉਹਨਾਂ ਦਾ ਮਨ ਦੁਖੀ ਨਹੀਂ ਹੁੰਦਾ। ਸਤਿਗੁਰੂ ਜੀ ਆਖਦੇ ਹਨ, ਜੇ ਭਾਈ ਤੈਨੂੰ ਸੁੱਖ ਦੀ ਲੋੜ ਹੈ, ਸੁੱਖ ਚਾਹੁੰਦਾ ਹੈ, ਸਦੀਵੀ ਸੁੱਖ, ਆਤਮਿਕ ਸੁੱਖ, ਮਨ ਦਾ ਸੁੱਖ ਤੇ ਸੰਸਾਰੀ ਸੁੱਖ, ਕਿਉਂਕਿ ਅਸੀਂ ਗ੍ਰਸਤੀ ਹਾਂ, ਸਾਨੂੰ ਸੰਸਾਰੀ ਸੁੱਖ ਵੀ ਚਾਹੀਦੇ ਹਨ। ਸੰਸਾਰੀ ਸੁੱਖ ਪ੍ਰਾਪਤ ਕਰਨ ਵਾਸਤੇ ਵੀ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰਦੇ ਹਾਂ। ਸਾਡਾ ਘਰ ਪਰਿਵਾਰ, ਸਾਡਾ ਜੀਵਨ ਸੁਖੀ ਹੋਵੇ, ਸਮਾਜਿਕ ਤੌਰ 'ਤੇ ਜਿਹੜਾ ਸਾਡਾ ਜੀਵਨ ਹੈ, ਸਾਡੀ ਆਰਥਿਕ ਹਾਲਤ ਜਿਹੜੀ ਹੈ ਉਹ ਚੰਗੀ ਹੋਵੇ। ਸਤਿਗੁਰੂ ਜੀ ਆਖਦੇ ਹਨ ਕਿ ਭਾਈ ਜੇਕਰ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਚਾਹੀਦੀ ਹੈ, ਤੈਨੂੰ ਘਰ ਦੇ ਸੁੱਖ ਚਾਹੀਦੇ ਹਨ, ਸ਼ਰਨ ਰਾਮ ਕੀਲੇ, ਸਾਰੇ ਓਟ ਆਸਰੇ ਛੱਡ ਕੇ ਇੱਕ ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਅਬਰੀ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਆ। ਬੜੀਆਂ ਮੈਂ ਓਟ ਆਸਰੇ ਦੇਖੇ ਸੰਸਾਰ ਦੇ ਵਿੱਚ, ਬੜੇ ਓਟ ਆਸਰੇ ਤੱਕੇ, ਪਰ ਕਿਸੇ ਨੇ ਤੇਰੇ ਵਰਗਾ ਸਤਿਗੁਰੂ ਸੁੱਖ ਨਹੀਂ ਦਿੱਤਾ। ਬੜਿਆਂ ਦੇ ਦਰਾਂ 'ਤੇ ਜਾ ਕੇ ਨੱਕ ਰਗੜੇ, ਬੜਿਆਂ ਦੇ ਕਹਿਣ ਕਥਨ 'ਤੇ ਉਹਨਾਂ ਦੇ ਕਹੇ ਹੋਏ ਵਚਨਾਂ ਨੂੰ, ਕਹੇ ਹੋਏ ਕਰਮ ਕਾਂਡਾਂ ਨੂੰ ਕਮਾਇਆ, ਪਰ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਇੱਕ ਤੇਰੀ ਓਟ ਰਹਾਈ ਹੈ। ਹੁਣ ਸਤਿਗੁਰੂ ਜੀ ਮੈਂ ਤੁਹਾਡੀ ਓਟ ਦੇ ਵਿੱਚ ਰਹਿ ਰਿਹਾ, ਹੁਣ ਮੈਨੂੰ ਤੁਹਾਡੀ ਓਟ ਹੈ, ਹੋਰ ਕਿਸੇ ਦੀ ਓਟ ਨਹੀਂ। ਸਤਿਗੁਰੂ ਜੀ ਆਖਦੇ ਨੇ ਸ਼ਰਨ ਵਿੱਚ ਆ ਜਾ। ਸ਼ਰਨ ਵਿੱਚ ਆਉਣਾ, ਹੋਰ ਓਟ ਆਸਰੇ ਛੱਡ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਨੂੰ ਅਰਪਣ ਹੋ ਜਾਣਾ, ਆਪਣਾ ਆਪ ਗੁਰੂ ਨੂੰ ਅਰਪਣ ਕਰ ਦੇਣਾ। ਗੁਰੂ ਤੋਂ ਬਿਨਾਂ ਹੋਰ ਕਿਸੇ ਤੇ ਝਾਕ ਨਾ ਰੱਖਣੀ। ਸਤਿਗੁਰੂ ਜੀ ਆਖਦੇ ਹਨ ਕਿ ਭਾਈ ਜੇ ਤੂੰ ਸੁੱਖ ਚਾਹੁੰਦਾ ਹੈ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਫਿਰ ਸਾਰੇ ਸੁੱਖ ਬਖਸ਼ ਦਿੰਦਾ ਹੈ। ਕਿਵੇਂ ਬਖਸ਼ਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਗੁਰਮੰਤਰ ਬਖਸ਼ ਦਿੰਦੇ ਹਨ। ਫਿਰ ਉਸ ਗੁਰਮੰਤਰ ਦਾ ਅਭਿਆਸ ਕਰਕੇ, ਬਾਣੀ ਦਾ ਅਭਿਆਸ ਕਰਕੇ ਸਾਨੂੰ ਸਦੀਵੀ ਸੁੱਖ ਮਿਲ ਜਾਂਦੇ ਹਨ। ਸਾਨੂੰ ਗੁਰਬਾਣੀ ਵਿੱਚੋਂ ਸੁੱਖ ਮਿਲ ਜਾਂਦਾ ਹੈ। ਗੁਰਬਾਣੀ ਦੇ ਵਿੱਚੋਂ ਸਾਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ, ਤੇ ਸਾਨੂੰ ਪਤਾ ਚੱਲੇਗਾ ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਸਦੀਵੀ ਸੁੱਖ ਦੇਣ ਵਾਲਾ ਹੈ। ਸਾਰੇ ਸੁੱਖ ਮਿਲ ਜਾਂਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ, ਬਾਣੀ ਦਾ ਆਰਾਧਨ ਕਰਨ ਦੇ ਨਾਲ। ਸਤਿਗੁਰੂ ਜੀ ਵਚਨ ਕਰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ। ਹਰੀ ਪਰਮਾਤਮਾ ਦਾ ਨਾਮ ਸਦਾ ਹੀ ਸੁੱਖ ਦੇਣ ਵਾਲਾ ਹੈ, ਸਦੀਵੀ ਸੁੱਖ ਬਖਸ਼ਣ ਵਾਲਾ ਹੈ। ਦੇਖੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜੇ ਜੁੜ ਗਏ, ਉਹ ਸੰਸਾਰ ਭਵਜਨ ਤੋਂ ਪਾਰ ਹੋ ਗਏ। ਵੱਡੇ ਵੱਡੇ ਪਾਪੀ ਪਤਿਤ, ਜਿਨ੍ਹਾਂ ਨੂੰ ਇਹ ਜੀਵਨ ਸਫਲ ਹੋਣ ਦੀ ਕੋਈ ਆਸ ਉਮੀਦ ਨਹੀਂ ਸੀ, ਨਰਕਾਂ ਦੇ ਵਿੱਚ
ਗੋਤੇ ਖਾਣ ਦਾ ਉਹਨਾਂ ਦੇ ਮਨ ਦੇ ਵਿੱਚ ਪੱਕਾ ਵਿਸ਼ਵਾਸ, ਪਰ ਨਾਮ ਦੇ ਨਾਲ ਜੁੜੇ ਹੋ, ਨਾਮ ਦੇ ਨਾਲ ਜੁੜਨ ਕਰਕੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਸਤਿਗੁਰੂ ਜੀ ਦੋ ਉਦਾਹਰਨਾਂ ਦਿੰਦੇ ਹਨ ਸਾਨੂੰ ਕਿ ਜਾਂ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੁੰਗਤ ਪਾਈ। ਜਿਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅਜਾਮਲ ਪਾਪੀ, ਬੜਾ ਵੱਡਾ ਪਾਪੀ, ਜਿਹਨੂੰ ਸਤਿਗੁਰੂ ਜੀ ਆਖਦੇ ਹਨ ਅਜਾਮਲ ਪਾਪੀ ਜਗ ਜਾਣੈ, ਸਾਰਾ ਸੰਸਾਰ ਜਾਣਦਾ ਸੀ। ਯਾਨੀ ਕਿ ਇੱਕ ਪਿੰਡ ਹੀ, ਇੱਕ ਨਗਰੀ ਜਾਣਦਾ ਸੀ, ਜਾਂ ਇੱਕ ਸੂਬਾ ਜਾਣਦਾ ਸੀ, ਜਾਂ ਇੱਕ ਦੇਸ਼ ਜਾਣਦਾ ਸੀ। ਐਡਾ ਵੱਡਾ ਪਾਪੀ ਜਿਹਨੂੰ ਸਾਰਾ ਸੰਸਾਰ ਜਾਣਦਾ, ਐਡਾ ਵੱਡਾ ਪਾਪੀ ਉਹ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਵੀ ਉਧਾਰ ਹੋ ਗਿਆ, ਸੰਸਾਰ ਭਵਜਲ ਤੋਂ ਪਾਰ ਹੋ ਗਿਆ। ਗਣਕਾ ਹੁੰਗਤ ਪਾਈ। ਦੂਸਰੀ ਉਦਾਹਰਨ ਸਤਿਗੁਰੂ ਜੀ ਦਿੰਦੇ ਹਨ ਗਣਕਾ ਦੀ। ਗਣਕਾ ਨੇ ਜੀਵਨ ਦੇ ਵਿੱਚ ਪਾਪ ਕਰਮ ਕਮਾਏ, ਸ਼ੁਭ ਕਰਮ ਕੋਈ ਨਹੀਂ ਸੀ ਕਮਾਇਆ, ਪਰ ਉਸ ਪਰਮਾਤਮਾ ਦਾ ਨਾਮ ਜਪਦੀ ਹੋਈ ਇਸ ਸੰਸਾਰ ਭਵਜਲ ਤੋਂ ਪਾਰ ਹੋ ਗਈ। ਹਰ ਕੋ ਨਾਮ ਐਸਾ ਸੁਖਦਾਈ। ਹਰੀ ਪਰਮਾਤਮਾ ਦਾ ਨਾਮ ਐਸਾ ਸੁਖ ਬਖਸ਼ਣ ਵਾਲਾ ਹੈ, ਰਹਿਮਤਾਂ ਬਰਸਾਉਣ ਵਾਲਾ ਹੈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ। ਪੰਚਾਲੀ, ਪੰਚਾਲ ਦੇਸ਼ ਦੇ ਰਹਿਣ ਵਾਲੀ ਦ੍ਰੋਪਦੀ ਜਦੋਂ ਦੁਰਯੋਧਨ ਦੀ ਸਭਾ ਦੇ ਵਿੱਚ ਉਸ ਨੂੰ ਕੇਸਾਂ ਤੋਂ ਫੜ ਕੇ ਲਿਆਂਦਾ ਗਿਆ ਅਤੇ ਦੁਰਯੋਧਨ ਨੇ ਹੁਕਮ ਕਰ ਦਿੱਤਾ ਕਿ ਇਹਦੇ ਕੱਪੜੇ ਉਤਾਰ ਕੇ ਨਗਨ ਕਰ ਦਿੱਤਾ ਜਾਵੇ। ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆਈ। ਪਹਿਲਾਂ ਬੜੇ ਉਹਨੇ ਵੀ ਸਾਡੇ ਸੰਸਾਰੀਆਂ ਦੀ ਤਰ੍ਹਾਂ ਬੜੇ ਦਰ ਪੂਜੇ ਸਨ, ਬੜਿਆਂ ਤੇ ਝਾਕ ਰੱਖੀ ਸੀ। ਸਭ ਦੀ ਝਾਕ ਮੁੱਕ ਗਈ। ਜਿੰਨੇ ਪੀਰ ਬਾਬੇ ਸੀ ਸਭ ਨੂੰ ਧਿਆਇਆ, ਕੋਈ ਨਹੀਂ ਸਹਾਈ ਹੋਇਆ। ਫਿਰ ਉਹਦੇ ਪਤੀ 5 ਭਰਾ ਸੰਸਾਰੀ ਤਾਕਤ ਦਾ ਓਟ ਆਸਰਾ ਲਿਆ, ਪਰ ਉਹ ਤਾਂ ਆਪ ਬੇਵੱਸ ਸਨ, ਉਹ ਵੀ ਨਹੀਂ ਆ ਸਕਦੇ ਸਨ। ਅਖੀਰ ਨੂੰ ਫਿਰ ਜਦੋਂ ਹੁਣ ਦ੍ਰੋਪਦੀ ਨੇ ਦੇਖਿਆ ਕਿ ਮੇਰੀ ਪੱਤ ਇਹ ਹੁਣ ਰੋਲੀ ਜਾਵੇਗੀ, ਤਾਂ ਫਿਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ। ਤੇ ਫਿਰ ਭਗਵਾਨ ਨੇ ਐਸੀ ਕਿਰਪਾ ਕੀਤੀ, ਉਹਦੇ ਨਾਮ ਦੀ ਐਸੀ ਸਮਰੱਥਾ ਹੈ ਕਿ ਦੁਰਯੋਧਨ ਦੇ ਸਭਾ ਦੇ ਵਿੱਚ ਦ੍ਰੋਪਦੀ ਦੇ ਕੱਪੜੇ ਉਤਾਰੀ ਜਾਣ, ਦੁਸ਼ਟ ਜਿਹੜੇ ਸੀ ਕੱਪੜੇ ਉਤਾਰੀ ਜਾਣ ਤੇ ਕੱਪੜਾਂ ਦੇ ਅੰਬਾਰ ਲੱਗੇ ਕਿ ਦੋਨੋਂ ਪਾਸੇ ਖੜਾ ਬੰਦਾ ਇੱਕ ਦੂਜੇ ਨੂੰ ਦੇਖ ਨਹੀਂ ਸੀ ਸਕਦਾ, ਏਡੇ ਉੱਚੇ ਉੱਚੇ ਢੇਰ ਲੱਗ ਗਏ। ਪਰ ਪਰਮਾਤਮਾ ਨੇ ਉਹਦੀ ਲਾਜ ਰੱਖੀ, ਉਸ ਸਭਾ ਦੇ ਵਿੱਚ ਨਗਨ ਨਹੀਂ ਹੋਣ ਦਿੱਤਾ। ਹਰੀ ਪਰਮਾਤਮਾ ਦਾ ਨਾਮ, ਹਰ ਕੋ ਨਾਮ ਐਸਾ ਸੁਖਦਾਈ। ਹਰੀ ਪਰਮਾਤਮਾ ਦਾ ਨਾਮ ਐਸਾ ਸੁਖਦਾਈ ਹੈ। ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ। ਵਾਹਿਗੁਰੂ ਪਰਮੇਸ਼ਰ ਨੇ ਅਜਾਮਲ ਦਾ, ਗਣਕਾ ਦਾ, ਦ੍ਰੋਪਦੀ ਦਾ ਦੁੱਖ ਜਿਹੜਾ ਸੀ ਦੂਰ ਕੀਤਾ। ਦੁੱਖ ਦੂਰ ਕਰਕੇ ਉਹਨਾਂ ਦੀ ਪੈਜ ਰੱਖੀ ਅਤੇ ਆਪਣੀ ਪੈਜ ਵਡਾਈ, ਆਪਣਾ ਨਾਮ ਭਗਤ ਬਛਲ ਰਖਾਇਆ। ਜਿਹੜਾ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦਾ ਹੈ, ਉਹਦੀ ਵਾਹਿਗੁਰੂ ਪਰਮੇਸ਼ਰ ਪੈਜ ਰੱਖਦਾ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਉਹ ਵਾਹਿਗੁਰੂ ਪਰਮੇਸ਼ਰ ਜੁਗਾ ਜੁਗੰਤਰਾਂ ਤੋਂ ਆਪਣੇ ਭਗਜਨਾਂ ਨੂੰ ਪੈਦਾ ਕਰਦਾ ਹੈ ਅਤੇ ਭਗਜਨਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੀ ਪੈਜ ਰੱਖਦਾ ਹੈ। ਐਸਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਨ ਸਰਨਾਈ। ਮੈਂ ਆ ਕੇ ਇਸੇ ਭਰੋਸੇ ਦੇ ਵਿੱਚ ਕਿ ਵਾਹਿਗੁਰੂ ਪਰਮੇਸ਼ਰ ਮੇਰੀ ਪੈਜ ਰੱਖੇਗਾ, ਮੈਂ ਆ ਕੇ ਸਤਿਗੁਰਾਂ ਦੀ ਸ਼ਰਨ ਫੜੀ ਹੈ।
ਹੋਰ ਦਰ ਛੱਡ ਕੇ ਗੁਰੂ ਦੇ ਦਰ ਤੇ ਢਹਿ ਪਿਆ, ਗੁਰੂ ਦੇ ਦਰ ਤੇ ਡਿੱਗ ਪਿਆ ਹਾਂ। ਗੁਰੂ ਦੀ ਸ਼ਰਨ ਫੜ ਲਈ ਹੈ ਕਿ ਮੈਨੂੰ ਆਤਮਿਕ ਸੁੱਖ ਸਦੀਵੀ ਸੁੱਖ ਮਿਲ ਜਾਣ। ਹਉ ਦੂਰੋਂ ਆਇਆ ਚੱਲ ਕੇ ਮੈਂ ਤੱਕੀ ਤੋ ਸਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਏ ਜੀਓ। ਮੈਂ ਬੜੇ ਦੂਰ ਤੋਂ ਜਨਮਾਂ ਜਨਮਾਤਰਾਂ ਦੇ ਵਿੱਚ ਭੜਕਦਾ ਭੜਕਦਾ ਹੇ ਵਾਹਿਗੁਰੂ ਆਪ ਜੀ ਦੀ ਸ਼ਰਨ ਵਿੱਚ ਆ ਗਿਆ। ਆਪ ਜੀ ਦੀ ਸ਼ਰਨ ਫੜ ਲਈ ਹੈ। ਹੋਰ ਸਾਰੇ ਓਟ ਆਸਰੇ ਛੱਡ ਦਿੱਤੇ ਹਨ, ਇੱਕ ਤੇਰੀ ਓਟ ਰਹਾਈ ਹੈ। ਤੇਰੀ ਓਟ ਦੇ ਵਿੱਚ ਤੇਰੀ ਆਸਰੇ ਦੇ ਵਿੱਚ ਆ ਗਏ ਹਾਂ ਸਤਿਗੁਰੂ ਜੀ। ਤੱਕੀ ਤੋਂ ਸਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਈ। ਮੈਂ ਆਪ ਜੀ ਦੀ ਆਸ ਰੱਖੀ ਹੈ, ਹੋਰ ਕਿਸੇ ਦੀ ਆਸ ਨਹੀਂ ਰੱਖੀ। ਤੁਸੀਂ ਮੇਰੀ ਪੈਜ ਰੱਖ ਲਵੋਗੇ। ਮੈਨੂੰ ਭਰੋਸਾ ਹੈ, ਵਿਸ਼ਵਾਸ ਹੈ ਕਿ ਤੁਸੀਂ ਮੇਰੀ ਪੈਜ ਰੱਖ ਲਵੋਗੇ। ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਫੜੀ ਹੈ, ਮੇਰੇ ਸਭੋ ਦੁੱਖ ਗਵਾਏ ਜੀ। ਇਹ ਵਾਹਿਗੁਰੂ ਮੇਰੇ ਸਾਰੇ ਦੁੱਖ ਦੂਰ ਕਰ ਦਿਓ। ਇਹੋ ਗੱਲ ਸਤਿਗੁਰੂ ਜੀ ਇੱਥੇ ਆਖਦੇ ਹਨ ਕਿ ਭਾਈ ਜੇਕਰ ਤੂੰ ਸਾਰੇ ਦੁੱਖਾਂ ਦਾ ਨਾਸ਼ ਕਰਨਾ, ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਸ਼ਰਨ ਫੜ ਲੈ। ਜੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਦੇ ਦੱਸੇ ਉਪਦੇਸ਼ ਦਾ ਸਿਮਰਨ ਕਰੀਏ, ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਮਨ ਹਿਰਦੇ ਦੇ ਵਿੱਚ ਵਸਾਈਏ, ਤਾਂ ਸਤਿਗੁਰੂ ਜੀ ਕਿਰਪਾ ਕਰਕੇ ਸਾਰੇ ਪਦਾਰਥ ਸਾਰੀਆਂ ਦਾਤਾਂ ਬਖਸ਼ ਦਿੰਦੇ ਹਨ। ਭੱਟ ਸਾਹਿਬਾਨ ਸਤਿਗੁਰਾਂ ਦੀ ਉਸਤਤ ਵਡਿਆਈ ਕਰਦੇ ਹੋਏ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਣ ਗਾਉਂਦੇ ਹੋਏ ਉਸਤਤ ਵਿੱਚ ਬਚਨ ਉਚਾਰਨ ਕਰਦੇ ਹਨ। ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜਿਸ ਸਤਿਗੁਰੂ ਨੂੰ ਸਿਮਰਦੇ ਹਾਂ, ਨੈਣ ਤੇ ਤਿਮਰ, ਨੈਣ ਆਖਦੇ ਅੱਖਾਂ ਨੂੰ, ਤਿਮਰ ਆਖਦੇ ਹਨੇਰੇ ਨੂੰ। ਅੱਖਾਂ ਦਾ ਅੰਧਕਾਰ ਦਾ ਜਿਹੜਾ ਹਨੇਰਾ ਹੈ ਦੂਰ ਹੋ ਜਾਂਦਾ ਹੈ। ਸਾਡੀਆਂ ਅੱਖਾਂ ਦੇ ਵਿੱਚ ਅਗਿਆਨਤਾ ਦਾ ਹਨੇਰਾ, ਮਾਇਆ ਦੇ ਨਸ਼ੇ ਦਾ ਹਨੇਰਾ ਹੈ। ਜੇ ਸਤਿਗੁਰਾਂ ਦਾ ਸਿਮਰਨ ਕਰੀਏ, ਧੰਨ ਗੁਰੂ ਰਾਮਦਾਸ ਮਹਾਰਾਜ ਜਪੀਏ, ਤਾਂ ਅੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ, ਦਿਵ ਦ੍ਰਿਸ਼ਟੀ ਹੋ ਜਾਂਦੀ ਹੈ। ਫਿਰ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਫਿਰ ਉਹ ਹਰੀ ਪ੍ਰਮਾਤਮਾ ਦਾ ਰੂਪ ਹੀ ਸੰਸਾਰ ਨਦਰ ਦੇ ਵਿੱਚ ਆਉਂਦਾ ਹੈ। ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਉਸ ਸਤਿਗੁਰੂ ਪ੍ਰਮਾਤਮਾ ਸਰੂਪ ਸਤਿਗੁਰਾਂ ਨੂੰ ਸਿਮਰਦਿਆਂ ਹੋਇਆਂ ਹਿਰਦੇ ਦੇ ਵਿੱਚ ਦਿਨੋਂ ਦਿਨ ਬ ਦਿਨ ਨਾਮ ਵੱਧਦਾ ਹੀ ਜਾਂਦਾ ਹੈ। ਨਾਮ ਦਾ ਖਜ਼ਾਨਾ ਵੱਧਦਾ ਹੀ ਜਾਂਦਾ ਹੈ। ਸਤਿਗੁਰਾਂ ਦਾ ਸਿਮਰਨ ਕਰਦੇ ਹਾਂ। ਜਿਹੇ ਸਤਿਗੁਰ ਸਮਰੱਥ ਜੀ ਕੀ ਤਪਤ ਮਿਟਾਵੈ। ਸਤਿਗੁਰਾਂ ਦੇ ਵਿੱਚ ਸਮਰੱਥਾ ਹੈ ਕਿ ਜੀ ਆਤਮਾ ਦੀ ਜਿਹੜੀ ਤਪਤ ਹੈ ਉਹ ਮਿਟਾ ਦਿੰਦੇ ਹਨ। ਸਾਡੀ ਆਤਮਾ ਤੜਪਦੀ ਹੈ। ਬੜੇ ਜਨਮਾਂਤਰਾਂ ਦੇ ਵਿੱਚੋਂ ਅਸੀਂ ਭਟਕਦੇ ਆਏ ਹਾਂ। ਭਟਕਦੀ ਹੈ ਕਿ ਗੁਰੂ ਦੀ ਸ਼ਰਨ ਵਿੱਚ ਪਵਾਂ। ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਤੜਪਦੀ ਹੈ। ਤੇ ਸਤਿਗੁਰਾਂ ਦੇ ਵਿੱਚ ਇਹ ਸਮਰੱਥਾ ਹੈ ਕਿ ਆਤਮਾ ਦੀ ਤੜਪ ਨੂੰ ਦੂਰ ਕਰ ਦਿੰਦੇ ਹਨ ਨਾਮ ਬਾਣੀ ਦੇ ਸਿਮਰਨ ਦੇ ਨਾਲ। ਜੇ ਸਤਿਗੁਰ ਪਰ ਸਮਰੱਥ ਰਿੱਧ ਸਿੱਧ ਨਾਭ ਨਿਧ ਪਾਵੈ। ਐਸੇ ਗੁਰੂ ਦੇ ਵਿੱਚ ਸਮਰੱਥਾ ਹੈ। ਰਿੱਧੀਆਂ ਸਿੱਧੀਆਂ ਨਾਭ ਨਿਧ 9 ਖਜ਼ਾਨੇ, ਸੰਸਾਰ ਦੀ ਦੌਲਤ ਦੇ 9 ਖਜ਼ਾਨੇ ਗਿਣੇ ਗਏ ਹਨ। 9 ਖਜ਼ਾਨੇ ਪ੍ਰਾਪਤ ਹੋ ਜਾਂਦੇ। ਸਾਰੇ ਸੰਸਾਰ ਦਾ ਜਿਹੜਾ ਧਨ ਦੌਲਤ ਹੈ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਸਾਰੇ ਸੰਸਾਰ ਦੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਇਹ ਗੁਰੂ ਦੇ ਵਿੱਚ ਸਮਰੱਥਾ। ਜੇ ਗੁਰੂ ਦਾ ਸਿਮਰਨ ਕਰੀਏ, ਜਿਹੇ ਸਤਿਗੁਰ ਸਿਮਰੰਤ, ਐਸੇ ਸਤਿਗੁਰ ਨੂੰ ਸਿਮਰੀਏ। ਤੇ ਅਸੀਂ ਸਤਿਗੁਰਾਂ ਨੂੰ ਪੁੱਛੀਏ ਕਿ ਸਤਿਗੁਰੂ ਜੀ ਐਸੇ ਸਤਿਗੁਰੂ ਕੌਣ ਹਨ?
ਜਿਨ੍ਹਾਂ ਨੂੰ ਸਿਮਰਿਆ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜੀਵਨ ਦੇ। ਤਾਂ ਭੱਟ ਜੀ ਆਖਦੇ ਹਨ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਹੋ। ਸੋਈ ਗੁਰੂ, ਉਹ ਗੁਰੂ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਥੇ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ। ਭੱਟ ਬਲ ਜੀ ਆਖਦੇ ਹਨ ਕਿ ਐਸੇ ਸਤਿਗੁਰਾਂ ਨੂੰ ਇਕੱਲੇ ਨਹੀਂ, ਸਾਰੀ ਸੰਗਤ ਮਿਲ ਕੇ ਧੰਨ ਧੰਨ ਕਹੋ। ਸਾਰੀ ਸੰਗਤ ਮਿਲ ਕੇ ਕਹੋ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ। ਸਾਰੀ ਸੰਗਤ ਮਿਲ ਕੇ ਸਤਿਗੁਰਾਂ ਦੀ ਉਸਤਤ ਵਡਿਆਈ ਕਰੋ। ਫਿਰ ਕੀ ਹੋਵੇਗਾ? ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰਹੋ। ਨਰਹੋ ਹੇ ਮਨੁੱਖੋ, ਹੇ ਭਾਈ, ਐਸੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਿਆਂ ਇਹ ਸੰਸਾਰੀ ਪਦਾਰਥ ਤਾਂ ਪ੍ਰਾਪਤ ਹੋ ਜਾਣਗੇ, ਸੁੱਖ ਤਾਂ ਪ੍ਰਾਪਤ ਹੋ ਜਾਵੇਗਾ, ਨਾਲ ਦੀ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਵੀ ਪ੍ਰਾਪਤੀ ਹੋ ਜਾਵੇਗੀ। ਉਹ ਵਾਹਿਗੁਰੂ ਪਰਮੇਸ਼ਰ ਵੀ ਆ ਮਿਲੇਗਾ। ਜੇਕਰ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹੀਏ, ਐਸੇ ਸਤਿਗੁਰਾਂ ਨੂੰ ਸਿਮਰਦੇ ਰਹੀਏ, ਐਸੇ ਸਤਿਗੁਰਾਂ ਦੇ ਉਸਤਤ ਵਡਿਆਈ ਕਰਦੇ ਰਹੀਏ, ਤੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਜਿਸ ਘਰ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆ ਵਸੇ, ਉੱਥੇ ਫਿਰ ਕਾਹਦਾ ਘਾਟਾ ਰਹਿੰਦਾ ਹੈ? ਦਾਤਾਂ ਦੇਣ ਵਾਲਾ ਹੀ ਦਾਤਾ ਘਰ ਵਿੱਚ ਆ ਵਸਦਾ ਹੈ, ਤੇ ਉਸ ਘਰ ਦੇ ਵਿੱਚ ਫਿਰ ਕਿਹੜੇ ਪਦਾਰਥਾਂ ਦੀ ਘਾਟ ਰਹਿ ਜਾਂਦੀ ਹੈ? ਸਾਰੇ ਪਦਾਰਥ ਆ ਜਾਂਦੇ ਹਨ। ਸਤਿਗੁਰੂ ਜੀ ਆਖਦੇ ਹਨ ਕਿ ਭਾਈ, ਜੋ ਸੁੱਖ ਕੋ ਚਾਹੇ ਸਦਾ, ਤੂੰ ਸਦਾ ਚਾਹੁੰਦਾ ਮੈਨੂੰ ਸੁੱਖ ਪ੍ਰਾਪਤ ਹੋਣ, ਮਨ ਦੀ ਸ਼ਾਂਤੀ ਮਿਲੇ, ਤਾਂ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾ। ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇਹ। ਕਹੋ ਨਾਨਕ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਚਨ ਕਰਦੇ ਹਨ, ਸੁਣ ਰੇ ਮਨਾ, ਇਹ ਮਨਾ ਸੁਣ, ਦੁਰਲਭ ਮਾਨੁਖ ਦੇ। ਦੁਰਲਭ ਜਿਹੜਾ ਬੜਾ ਕਠਿਨ ਪ੍ਰਾਪਤ ਹੋਣ ਵਾਲੀ ਵਸਤੂ ਹੋਵੇ, ਬੜੀ ਮਿਹਨਤ ਦੇ ਨਾਲ, ਬੜੀ ਮੁਸ਼ੱਕਤ ਦੇ ਨਾਲ ਜਿਹੜੀ ਚੀਜ਼ ਕੋਈ ਪ੍ਰਾਪਤ ਹੋਵੇ, ਉਹਨੂੰ ਅਸੀਂ ਆਖਦੇ ਹਾਂ ਦੁਰਲਭ ਹੈ, ਬੜੀ ਔਖੀ ਮਿਲਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਇਹ ਮਨੁੱਖਾ ਸਰੀਰ ਹੈ, ਇਹ ਦੁਰਲਭ ਹੈ, ਬੜਾ ਔਖਾ ਪ੍ਰਾਪਤ ਹੁੰਦਾ ਹੈ। 84 ਲੱਖ ਜੂਨ ਭੋਗ ਕੇ ਅਰਬਾਂ ਖਰਬਾਂ ਸਾਲ ਇਹਨਾਂ 84 ਲੱਖ ਦੇ ਵਿੱਚ ਲੰਘਾ ਕੇ ਫਿਰ ਕਿਤੇ ਆ ਕੇ ਸਾਨੂੰ ਮਨੁੱਖਾ ਜਨਮ ਮਿਲਦਾ ਹੈ। ਸਤਿਗੁਰੂ ਜੀ ਆਖਦੇ, ਮਨੁੱਖਾ ਜਨਮ ਮਿਲਿਆ, ਹੁਣ ਤੈਨੂੰ ਮਨਾ ਉਸ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ। ਤੈਨੂੰ ਵਾਰੀ ਮਿਲੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ, ਤੇ ਜੇਕਰ ਹੁਣ ਵੀ ਸਮਾਂ ਲੰਘਿਆ, ਫਿਰ ਇਹ ਅਵਸਰ ਜਿਹੜਾ ਹੈ, ਸਮਾਂ ਤੇਰੇ ਹੱਥ ਨਹੀਂ ਆਉਣਾ। ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ। ਇਹ ਜਿਹੜਾ ਜਨਮ ਹੈ ਦੁਰਲਭ ਹੈ। ਭਗਤ ਕਬੀਰ ਜੀ ਵਚਨ ਕਰਦੇ ਹਨ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰ ਬਾਰ। ਇਹ ਵਾਰ-ਵਾਰ ਨਹੀਂ ਹੁੰਦਾ, ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ, ਇੱਕ ਵਾਰ ਮੌਕਾ ਮਿਲਦਾ ਹੈ 84 ਲੱਖ ਜੂਨ ਤੋਂ ਬਾਅਦ, ਕਿ ਟੇਢੀਆਂ ਜੂਨਾਂ ਨੂੰ ਭੋਗ ਕੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਹੜਾ ਤੇਰਾ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪਿਆ ਹੈ, ਉਸ ਵਾਹਿਗੁਰੂ ਪਰਮੇਸ਼ਰ ਨਾਲ ਤੂੰ ਆਪਣਾ ਮਿਲਾਪ ਕਰ ਲੈ, ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਜਾ। ਇਹ ਮਨੁੱਖਾ ਜਨਮ ਸਾਨੂੰ ਬੜਾ ਔਖਾ ਪ੍ਰਾਪਤ ਹੋਇਆ, ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ। ਭਗਤ ਜੀ ਆਖਦੇ ਹਨ, ਜਿਉਂ ਬਨ ਫਲ ਪਾਕੈ ਭੋਈ ਗਿਰੈ, ਬਹੁਰ ਨਾ ਲਾਗੈ ਡਾਰ। ਜਿਵੇਂ ਵਨ ਬਾਗ ਦੇ ਵਿੱਚ ਦਰਖਤ ਦੇ ਨਾਲ, ਬ੍ਰਿਸ਼ ਦੇ ਨਾਲ ਫਲ ਲੱਗਾ ਹੋਇਆ ਹੈ, ਅਤੇ ਉਹ ਫਲ ਜਿਹੜਾ ਟੁੱਟ ਕੇ ਇੱਕ ਵਾਰ ਥੱਲੇ ਡਿੱਗ ਪਿਆ, ਧਰਤੀ 'ਤੇ ਡਿੱਗ ਪਿਆ, ਜੇਕਰ ਅਸੀਂ ਉਹਨੂੰ ਕੋਸ਼ਿਸ਼ ਕਰੀਏ ਕਿ ਉਹ ਦਰਖਤ ਦੇ ਨਾਲ ਦੁਬਾਰਾ ਲੱਗ ਜਾਵੇ,
ਉਸ ਫਲਦਾਰ ਬੂਟੇ ਦੇ ਨਾਲ ਉਹ ਫਲ ਦੁਬਾਰਾ ਲੱਗ ਜਾਵੇ। ਅਨੇਕਾਂ ਕੋਸ਼ਿਸ਼ਾਂ ਕਰਨ ਦੇ ਨਾਲ ਵੀ ਉਹ ਜਿਹੜਾ ਫਲ ਹੈ ਦੁਬਾਰਾ ਦਰਖਤ ਦੇ ਨਾਲ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਹੈ ਇਹ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਦੁਬਾਰਾ ਪ੍ਰਾਪਤ ਨਹੀਂ ਹੁੰਦਾ। ਇੱਕ ਮਹਾਂਪੁਰਸ਼ਾਂ ਦੇ ਵਚਨ ਹਨ, ਉਹ ਆਖਦੇ ਹਨ ਕਿ ਭਾਈ ਇਹ ਨਾ ਕਹਿ ਕੇ ਮਨੁੱਖਾ ਜਨਮ ਦੁਆਰਾ ਪ੍ਰਾਪਤ ਹੋਣਾ ਬੜਾ ਔਖਾ ਹੈ, ਮਿਲ ਸਕਦਾ ਹੈ, ਅਰਬਾਂ ਖਰਬਾਂ ਸਾਲ ਲੰਘ ਜਾਣਗੇ ਫਿਰ ਤੈਨੂੰ ਮਨੁੱਖਾ ਜਨਮ ਮਿਲ ਜਾਵੇਗਾ। ਪਰ ਜਦੋਂ ਮਨੁੱਖਾ ਜਨਮ ਤੈਨੂੰ ਦੁਆਰਾ ਮਿਲਿਆ ਫਿਰ ਪਤਾ ਨਹੀਂ ਤੈਨੂੰ ਕਿਸ ਘਰ ਦੇ ਵਿੱਚ ਜਨਮ ਮਿਲੇ, ਉਹ ਕਿਸ ਘਰ ਦੇ ਵਿੱਚੋਂ ਤੈਨੂੰ ਧਾਰਮਿਕ ਸਿੱਖਿਆ ਮਿਲੇ ਕਿ ਨਾ ਮਿਲੇ। ਤੈਨੂੰ ਉਸ ਘਰ ਦੇ ਵਿੱਚੋਂ ਪਤਾ ਨਹੀਂ ਕਿਹੋ ਜਿਹੀ ਮੱਤ ਮਿਲਣੀ ਹੈ, ਪਤਾ ਨਹੀਂ ਤੇਰਾ ਕਿੱਥੇ ਜਨਮ ਹੋਵੇਗਾ। ਹੁਣ ਤੇਰੇ ਵੱਡੇ ਉੱਤਮ ਭਾਗ ਹਨ, ਸਾਡੇ ਉੱਤਮ ਭਾਗ ਹਨ ਜਿਹੜੇ ਸਾਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਕਲਯੁਗੀ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਹੈ। ਸਾਨੂੰ ਇਸ ਧਰਤੀ 'ਤੇ ਜਨਮ ਮਿਲਿਆ, ਅਸੀਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਅਤੇ ਸਤਿਗੁਰਾਂ ਦੇ ਸ਼ਰਨ ਦੇ ਵਿੱਚ ਆ ਕੇ ਜੀਵਨ ਸਫਲਾ ਬਣਾ ਰਹੇ ਹਾਂ। ਇਸ ਕਰਕੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਭਾਈ, ਇਹਨੂੰ ਸਫਲਾ ਕਰ ਲੈ, ਇਹਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਸਫਲਾ ਬਣਾ ਲੈ। ਇਹ ਵਾਰ-ਵਾਰ ਨਹੀਂ ਮਿਲਣਾ, ਇਹ ਤੈਨੂੰ ਹੁਣ ਵਾਰੀ ਮਿਲੀ ਹੈ। ਭਗਤ ਜੀ ਆਖਦੇ ਹਨ, ਜਿਉਂ ਬਨ ਫਲ ਪਾ ਕੇ ਭੋਏ ਗ੍ਰਹਿ, ਬਹੁਤ ਨਾ ਲੱਗਾ ਡਾਰ ਦੁਆਰੇ, ਡਾਣੀ ਨਾ ਨਹੀਂ ਲੱਗਦਾ। ਇਸੇ ਤਰ੍ਹਾਂ ਤੈਨੂੰ ਮਨੁੱਖਾ ਜਨਮ ਦੁਆਰਾ ਵਾਰ-ਵਾਰ ਨਹੀਂ ਮਿਲਣਾ। ਤੂੰ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਲੈ। ਸਤਿਗੁਰੂ ਜੀ ਵਚਨ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਭਾਈ ਤੈਨੂੰ ਇਹ ਮਨੁੱਖਾ ਜਨਮ ਉਸ ਪਰਮਾਤਮਾ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋਈ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਮੱਤ ਗ੍ਰਹਿਣ ਕਰਕੇ ਗੁਰੂ ਦੀ ਮੱਤ ਅਨੁਸਾਰ ਨਾਮ ਬਾਣੀ ਦਾ ਭਜਨ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਬਣਾ ਲੈ। ਜੇ ਤੈਨੂੰ ਸਰੀਵੀ ਸੁੱਖ ਚਾਹੀਦੇ ਹਨ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾ, ਗੁਰੂ ਦਾ ਪੱਲਾ ਫੜ ਲੈ, ਗੁਰੂ ਵਾਲਾ ਬਣ ਜਾ। ਗੁਰੂ ਫਿਰ ਕਿਰਪਾ ਕਰਕੇ ਸਤਿਗੁਰੂ ਜੀ ਆਪੇ ਤੇਰੇ ਦੁੱਖਾਂ ਨੂੰ ਹਰ ਲੈਣਗੇ, ਰਹਿਮਤਾਂ ਵਰਸਾ ਦੇਣਗੇ। ਤੇਰਾ ਮਨੁੱਖਾ ਜਨਮ ਜਿਹੜਾ ਹੈ ਸਫਲਾ ਹੋ ਜਾਵੇਗਾ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਹੁਣ ਸਤਿਗੁਰੂ ਜੀ ਦੱਸਦੇ ਹਨ ਕਿ ਭਾਈ ਜਿਹੜੇ ਲੋਕ ਸੰਸਾਰੀ ਲੋਕ ਅਜਾਣ ਬੇਸਮਝ ਮੂਰਖ ਬੇਸਮਝ ਮੂਰਖ ਲੋਕ ਉਸ ਪਰਮਾਤਮਾ ਨੂੰ ਛੱਡ ਕੇ ਮਾਇਆ ਕਾਰਨ ਧਾਵਹੀ, ਮਾਇਆ ਦੇ ਪਿੱਛੇ ਦੌੜੇ ਫਿਰਦੇ ਹਨ, ਧਨ ਦੇ ਪਿੱਛੇ ਦੌੜੇ ਫਿਰਦੇ ਹਨ, ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਭੱਜੇ ਫਿਰਦੇ ਹਨ, ਧੰਦਿਆਂ ਦੇ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਸਾਡੀ ਦੌੜ ਲੱਗੀ ਹੋਈ ਹੈ। ਅੱਜ ਦੇ ਸਮੇਂ ਦੇ ਵਿੱਚ ਸਾਡੀ ਸਭ ਤੋਂ ਵੱਡੀ ਦੌੜ ਲੱਗੀ, ਸਭ ਤੋਂ ਵੱਧ ਰੁਪਈਏ ਮੇਰੇ ਕੋਲ ਹੋਣ, ਕਿ ਵੱਧ ਤੋਂ ਵੱਧ ਰੁਪਈਏ ਮੇਰੇ ਕੋਲ ਹੋਣ, ਲੱਖਾਂ ਰੁਪਈਏ ਮੇਰੇ ਕੋਲ ਪਏ ਹੋਣ। ਅਸੀਂ ਇਸ ਧਨ ਨੂੰ ਇਕੱਠੇ ਕਰਨ ਦੇ ਦੌੜ ਦੇ ਵਿੱਚ ਲੱਗੇ ਹੋਏ ਹਾਂ। ਪਰ ਸਤਿਗੁਰੂ ਜੀ ਆਖਦੇ ਆ, ਮੂਰਖਾ ਉਹ ਬੇਸਮਝਾ, ਜੇ ਤੈਨੂੰ ਮਨੁੱਖਾ ਜਨਮ ਰੁਪਈਏ ਇਕੱਠੇ ਕਰਨ ਵਾਸਤੇ ਨਹੀਂ ਮਿਲਿਆ, ਤੈਨੂੰ ਮਨੁੱਖਾ ਜਨਮ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਵਾਸਤੇ ਮਿਲਿਆ। ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤਾਂ ਸਤਿਗੁਰਾਂ ਦੀ ਪਾਵਨ ਬਾਣੀ 1430 ਅੰਗਾਂ ਦੇ ਵਿੱਚ ਸਾਨੂੰ ਕਿਤੇ ਵੀ ਸਤਿਗੁਰਾਂ ਦਾ ਵਚਨ ਨਹੀਂ ਮਿਲੇਗਾ ਕਿ ਭਾਈ ਤੈਨੂੰ ਇਹ ਮਨੁੱਖਾ ਜਨਮ ਧਨ ਦੌਲਤ ਇਕੱਠੀ ਕਰਨ ਵਾਸਤੇ ਮਿਲਿਆ ਹੈ। ਤੇ ਮਿਲੇਗਾ ਕਿ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸਤਿਗੁਰਾਂ ਦੇ ਵਚਨ ਮਿਲਣਗੇ ਕਿ ਭਾਈ ਤੈਨੂੰ ਇਹ ਅਵਸਰ ਮਿਲੀ, ਸਮਾਂ ਮਿਲਿਆ ਹੈ।
ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦਾ, ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਜਪ ਕੇ ਆਪਣਾ ਮਨੁੱਖਾ ਜਨਮ ਜਿਹੜਾ ਹੈ ਸਫਲਾ ਕਰ ਲੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਲੋਕਾਂ ਦੀ ਆਰੰਭਤਾ ਹੀ ਇੱਥੋਂ ਕਰਦੇ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਤੂੰ ਪਰਮਾਤਮਾ ਦੇ ਗੁਣ ਗਾਉਂਦਾ ਹੀ ਨਹੀਂ, ਤੇਰਾ ਜਨਮ ਬੇਅਰਥ ਜਾ ਰਿਹਾ ਹੈ, ਅਜਾਈ ਜਾ ਰਿਹਾ ਹੈ। ਤੂੰ ਪਰਮਾਤਮਾ ਵਾਹਿਗੁਰੂ ਨੂੰ ਕਦੇ ਜਪਿਆ ਹੀ ਨਹੀਂ। ਇੱਥੇ ਵੀ ਸਤਿਗੁਰੂ ਜੀ ਸਾਨੂੰ ਆਖਦੇ ਹਨ ਕਿ ਮਾਇਆ ਦੇ ਪਿੱਛੇ ਤੇਰੀ ਦੌੜ ਲੱਗੀ ਹੋਈ ਹੈ, ਧਾਵ ਹੀ ਭੱਜਿਆ ਫਿਰਦਾ ਹੈ, ਭੱਜ ਨਸ ਕਰਦਾ, ਪਰ ਤੂੰ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ। ਇਹ ਜਿਹੜੀ ਦੁਰਲਭ ਮਾਨੁਖ ਦੇਹ ਹੈ, ਇਹ ਵਾਰ-ਵਾਰ ਨਹੀਂ ਮਿਲਣੀ। ਕਹੋ ਨਾਨਕ ਬਿਨ ਹਰ ਭਜਨ ਵਿਰਥਾ ਜਨਮ ਸਿਰਾਨ। ਸਤਿਗੁਰੂ ਜੀ ਆਖਦੇ ਹਨ ਕਿ ਬਿਨਾਂ ਹਰ ਭਜਨ, ਹਰੀ ਪਰਮਾਤਮਾ ਦੇ ਭਜਨ ਤੋਂ ਬਿਨਾਂ ਬਿਰਥਾ ਜਨਮ ਸਿਰਾਨ। ਤੇਰਾ ਜਿਹੜਾ ਜਨਮ ਹੈ ਬਿਰਥਾ ਜਾ ਰਿਹਾ, ਅਜਾਈ ਜਾ ਰਿਹਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਣੀ ਦੇ ਸਿਮਰਨ ਤੋਂ ਬਿਨਾਂ ਤੇਰਾ ਜਿਹੜਾ ਮਨੁੱਖਾ ਜਨਮ ਹੈ ਵਿਅਰਥ ਜਾ ਰਿਹਾ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਮਨਮੁਖ ਮੁਗਧ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ। ਮਨਮੁਖ ਮੁਗਧ ਮੂਰਖ, ਮਨ ਦੀ ਮਤ ਨਾਲ ਚੱਲਣ ਵਾਲੇ ਲੋਕਾਂ ਨੇ। ਮਨ ਦੀ ਮਤ ਨਾਲ ਚੱਲਣ ਵਾਲੇ ਕੌਣ? ਜੋ ਮਨ ਆਖਦਾ ਹੈ ਉਹੀ ਕਰਮ ਕਮਾਉਣ ਵਾਲੇ। ਮਨ ਆਖਦਾ ਬੁਰਾਈਆਂ, ਬੁਰੇ ਕੰਮ ਕਰੀਏ, ਮਨ ਆਖਦਾ ਨਸ਼ਿਆਂ ਦਾ ਸੇਵਨ ਕਰੀਏ, ਮਨ ਆਖਦਾ ਉਸ ਸੰਗੀਆਂ ਦੇ ਪਾਸ ਜਾ ਕੇ ਬੈਠੀਏ, ਨਿੰਦਿਆ ਚੁਗਲੀ ਕਰਨ ਵਾਲਿਆਂ ਦੇ ਪਾਸ ਬੈਠੀਏ, ਜਿਹੜੇ ਮਨ ਦੇ ਆਖੇ ਲੱਗ ਕੇ ਚੱਲਣ ਵਾਲੇ ਹਨ। ਤੇ ਦੂਸਰੇ ਗੁਰਮੁਖ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ, ਗੁਰੂ ਸਾਨੂੰ ਸਤਿਗੁਰੂ ਜੀ ਕੀ ਉਪਦੇਸ਼ ਦਿੰਦੇ ਹਨ ਕਿ ਭਾਈ ਸਤ ਸੰਗਤ ਦੇ ਵਿੱਚ ਆਓ, ਫਿਰ ਤੁਸੀਂ 2 4 5 6 ਗੁਰਮੁਖ ਬੈਠ ਕੇ ਗੁਰਬਾਣੀ ਦੀ ਵਿਚਾਰ ਕਰੋ, ਫਿਰ ਗੁਰ ਇਤਿਹਾਸ ਦੀ ਵਿਚਾਰ ਕਰੋ, ਸਾਡੇ ਵੱਡੇ ਬਜ਼ੁਰਗਾਂ ਦੀ, ਉਹਨਾਂ ਨੇ ਜੋ ਘਾਲ ਕਮਾਈ ਕੀਤੀ ਉਹਨਾਂ ਨੂੰ ਯਾਦ ਕਰੋ, ਸੇਵਾ ਸਿਮਰਨ ਕਰੋ, ਭਲੇ ਦੇ ਕਰਮ ਕਰੋ, ਨੇਕ ਕਰਮ ਕਰੋ, ਪਰਉਪਕਾਰ ਦੇ ਕਰਮ ਕਰੋ। ਇਹ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ। ਪਰ ਜਿਹੜੇ ਲੋਕ ਮਨ ਦੀ ਮੱਤ ਨਾਲ ਚੱਲਣ ਵਾਲੇ ਹਨ ਉਹ ਮੂਰਖ ਹਰ ਨਾਮ ਨਾ ਚੇਤੇ, ਹਰੀ ਪਰਮਾਤਮਾ ਦਾ ਨਾਮ ਕਦੇ ਚੇਤੇ ਕਰਦੇ ਹੀ ਨਹੀਂ। ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਦਾ ਲੱਗਦਾ ਹੀ ਨਹੀਂ। ਤਾਂ ਸਤਿਗੁਰੂ ਜੀ ਆਖਦੇ ਬਿਰਥਾ ਜਨਮ ਗਵਾਇਆ। ਉਹਨਾਂ ਨੇ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ, ਪਰਮਾਤਮਾ ਦਾ ਨਾਮ ਜਪਿਆ ਹੀ ਨਹੀਂ। ਇਹ ਮਨੁਆ ਦਹਿ ਦੇ ਸੁਧਾਵ ਦਾ ਦੂਜੇ ਭਾਏ ਖਵਾਇਆ। ਇਹ ਮਨੁਆ ਮਨ ਦਹਿ ਦਸੋ ਦਿਸ਼ਾ ਦੇ ਵਿੱਚ ਦੌੜਿਆ ਫਿਰਦਾ, ਦੂਜੇ ਭਾਏ ਖਵਾਇਆ। ਦਵੈਤ ਦੇ ਵਿੱਚ ਲੱਗਣ ਕਰਕੇ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਅਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਤ ਨੂੰ ਪੂਜਦੇ ਰਹੇ, ਕਿਰਤ ਨੂੰ ਕਰਤਾ ਕਰਕੇ ਪੂਜਦੇ ਰਹੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ। ਦਵੈਤ ਦੇ ਵਿੱਚ ਲੱਗਣ ਕਰਕੇ ਆਪਣਾ ਜਨਮ ਬੇਅਰਥ ਗਵਾ ਲਿਆ, ਅਜਾਈ ਗਵਾ ਲਿਆ ਆਪਣਾ ਜਨਮ। ਸਤਿਗੁਰੂ ਜੀ ਆਖਦੇ ਹਨ ਕਿ ਭਾਈ ਇਹ ਜਿਹੜਾ ਜਨਮ ਹੈ ਵਾਰ-ਵਾਰ ਤੈਨੂੰ ਪ੍ਰਾਪਤ ਨਹੀਂ ਹੋਣਾ। ਮਨੁੱਖਾ ਜਨਮ ਜਿਹੜਾ ਤੈਨੂੰ ਹੁਣ ਇੱਕ ਵਾਰ ਪ੍ਰਾਪਤ ਹੋ ਗਿਆ, ਇਹ ਵਾਰ-ਵਾਰ ਪ੍ਰਾਪਤ ਨਹੀਂ ਹੋਣਾ। ਇਹਨੂੰ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕਰਕੇ ਸਫਲ ਬਣਾ ਲੈ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਜੋ ਪ੍ਰਾਣੀ, ਜੋ ਵੀ ਪ੍ਰਾਣੀ, ਇਹਦੇ ਵਿੱਚ ਸਤਿਗੁਰਾਂ ਨੇ ਕੋਈ ਕੰਡੀਸ਼ਨ ਨਹੀਂ ਲਾਈ ਕਿ ਸਿੱਖ ਹੀ ਨਾਮ ਜਪਣਗੇ ਤੇ ਉਹਨਾਂ ਦਾ ਹੀ ਪਾਰ ਉਤਾਰਾ ਹੋਵੇਗਾ। ਕੋਈ ਵੀ ਸੰਸਾਰ ਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ, ਨਿਸ ਦਿਨ ਰਾਤ ਭਜੈ, ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ ਰੂਪ ਰਾਮ ਤਿਹ ਜਾਨ, ਉਹਨੂੰ ਉਸ ਪਰਮਾਤਮਾ ਦੇ ਰੂਪ ਜਾਣ। ਉਹ ਪਰਮਾਤਮਾ ਦਾ ਹੀ ਰੂਪ ਬਣ ਜਾਂਦੇ ਹਨ, ਕਿਉਂਕਿ ਉਹਨਾਂ ਦੇ
ਮਨ ਹਿਰਦੇ ਦੇ ਵਿੱਚ ਜਿਹੜੇ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਵਾਲੇ ਗੁਣ ਹਨ ਉਹ ਆ ਕੇ ਪ੍ਰਵੇਸ਼ ਕਰ ਜਾਂਦੇ ਹਨ। ਵਾਹਿਗੁਰੂ ਪਰਮੇਸ਼ਰ ਦੇ ਗੁਣ ਸੋ ਗੁਣ ਭਗਤ ਵਛਲ, ਕਿਰਪਾ ਨਿਧਾਨ, ਸਦ ਬਖਸ਼ੰਦ ਮਿਹਰਬਾਨ, ਬੇਪਰਵਾਹ ਵਾਹਿਗੁਰੂ ਪਰਮੇਸ਼ਰ। ਇਹ ਗੁਣ ਉਹਨਾਂ ਗੁਰਮੁਖਾਂ ਦੇ, ਉਹਨਾਂ ਸੰਤ ਮਹਾਤਮਾ ਦੇ ਹਿਰਦੇ ਵਿੱਚ ਆ ਵਸਦੇ ਹਨ। ਇਸ ਕਰਕੇ ਉਸ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਦਸਮ ਪਾਤਸ਼ਾਹ ਗਰੀਬ ਨਵਾਜ਼ ਜੀ ਬਚਨ ਕਰਦੇ ਹਨ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਏ। ਹਰ ਤੇ ਹਰੀ ਦਾ ਜਨ ਸੇਵਕ ਗੁਰਸਿੱਖ ਉਸ ਪਰਮਾਤਮਾ ਦਾ ਹੀ ਰੂਪ ਹਨ। ਜਿਵੇਂ ਪਾਣੀ ਦੀ ਲਹਿਰ ਉੱਠ ਕੇ ਫਿਰ ਪਾਣੀ ਦੇ ਵਿੱਚ ਸਮਾ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ ਉਹਦਾ ਹੀ ਰੂਪ ਬਣ ਜਾਂਦੇ ਹਨ। ਸਤਿਗੁਰੂ ਜੀ ਵਚਨ ਕਰਦੇ ਹਨ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਹਨ, ਉਹਨਾਂ ਦਾ ਜੀਵਨ ਕਿਹੋ ਜਿਹਾ ਹੈ। ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਹੁਣ ਸਤਿਗੁਰੂ ਜੀ ਸਿਰੇ ਦੀ ਗੱਲ ਦੱਸਦੇ ਹਨ ਕਿ ਭਾਈ ਭੇਦ ਨਾ ਜਾਣੋ, ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਇਹ ਨਹੀਂ ਕਹਿ ਸਕਦੇ ਕਿ ਉਹਨਾਂ ਵਿੱਚ ਇੰਨੀਆਂ ਰਿਧੀਆਂ ਸਿੱਧੀਆਂ, ਉਹਨਾਂ ਵਿੱਚ ਇੰਨੀ ਸਮਰੱਥਾ ਆ ਜਾਂਦੀ, ਸ਼ਕਤੀ ਆ ਜਾਂਦੀ ਹੈ। ਉਹ ਤਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਤਨ ਮਨ ਹੋਏ ਨਿਹਾਲ ਤੁਮ ਸੰਗ ਭੇਟਿਆ। ਉਹਨਾਂ ਗੁਰਮੁਖਾਂ ਦਾ ਸੰਗ ਕੀਤਿਆਂ, ਉਹਨਾਂ ਗੁਰਮੁਖਾਂ ਦੇ ਸੰਗ ਦੇ ਵਿੱਚ ਬੈਠਿਆਂ, ਸੰਗਤ ਦੇ ਵਿੱਚ ਬੈਠਿਆਂ ਤਨ ਮਨ ਹੋਏ ਨਿਹਾਲ। ਤਨ ਤੇ ਮਨ ਨਿਹਾਲ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਉਹਨਾਂ ਦੀ ਸੰਗਤ ਕੀਤਿਆਂ ਜੀਵਨ ਦਾ ਕੋਈ ਦੁੱਖ ਨਹੀਂ ਰਹਿੰਦਾ, ਕੋਈ ਰੋਗ ਨਹੀਂ ਰਹਿੰਦਾ। ਉਹਨਾਂ ਦੇ ਦਰਸ਼ਨ ਹੀ ਐਸੇ ਹਨ, ਉਹਨਾਂ ਦੇ ਵਚਨ ਹੀ ਐਸੇ ਹਨ ਕਿ ਉਹਨਾਂ ਦੀ ਸੰਗਤ ਕੀਤਿਆਂ, ਉਹਨਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸੁਖ ਪਾਇਆ ਜਨ ਪ੍ਰਸਾਦ, ਦੁੱਖ ਸਭ ਮੇਟਿਆ। ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ, ਰਹਿਮਤਾਂ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੱਖ ਮਿਲ ਜਾਂਦੇ ਹਨ, ਸਦੀਵੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਜਿਹੜੇ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਦਿਨ ਰਾਤ ਯਾਦ ਰੱਖਦੇ ਹਨ, ਸਿਮਰਦੇ ਹਨ, ਭਜਨ ਬੰਦਗੀ ਕਰਦੇ ਹਨ, ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਜੋ ਹਰ ਜਨ ਨਾਮ ਧਿਆਈ ਦੇ, ਹਰ ਜਨ ਇੱਕ ਸਮਾਨ। ਜਿਹੜੇ ਹਰੀ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਹਰੀ ਤੇ ਹਰੀ ਦੇ ਜਨ ਇੱਕ ਸਮਾਨ ਹੋ ਜਾਂਦੇ ਹਨ, ਇੱਕੋ ਰੂਪ ਬਣ ਜਾਂਦੇ ਹਨ। ਜਿਹੜੇ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦੇ ਹਨ ਉਹਨਾਂ ਗੁਰਮੁਖਾਂ ਦੀ ਸੰਗਤ ਕੀਤਿਆਂ ਮਨ ਨੂੰ ਸ਼ਾਂਤੀ ਮਿਲਦੀ ਹੈ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਹਰ ਜਨ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਅਤੇ ਹਰੀ ਵਾਹਿਗੁਰੂ ਪਰਮੇਸ਼ਰ ਅੰਤਰ ਨਹੀਂ, ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿੰਦਾ, ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਹਰੀ ਦਾ ਹੀ ਸਰੂਪ ਬਣ ਜਾਂਦਾ ਹੈ। ਦੇਖਣ ਨੂੰ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਵਰਗਾ ਹੈ, ਮਨੁੱਖਾ ਜਨਮ ਉਹਨੇ ਧਾਰਨ ਕੀਤਾ ਹੈ, ਪਰ ਮਨੁੱਖਾ ਜਨਮ ਪਾ ਕੇ ਉਹਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕਰਕੇ ਉਹਦੇ ਹੁਕਮ ਦੇ ਵਿੱਚ ਚੱਲ ਕੇ ਆਪਣਾ ਜੀਵਨ ਸਫਲਾ ਬਣਾ ਲਿਆ। ਇਸ ਕਰਕੇ ਭੇਦ ਨਾ ਜਾਣੋ, ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦਾ ਹੈ। ਨਾਨਕ ਸਾਚੀ ਮਾਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਹਨ, ਇਸ ਗੱਲ ਨੂੰ ਸੱਚੀ ਕਰਕੇ ਜਾਣ, ਸੱਚੀ ਕਰਕੇ ਮੰਨ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦੇ ਹਨ। ਸਤਿਗੁਰਾਂ ਨੇ ਸਾਡੇ 'ਤੇ ਮਹਾਨ ਬਖਸ਼ਿਸ਼ਾਂ ਕੀਤੀਆਂ, ਸਾਨੂੰ ਗੁਰਬਾਣੀ ਦੀ ਵਿਚਾਰ ਬਖਸ਼ੀ। ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ, ਨਾਮ ਬਾਣੀ ਨਾਲ ਜੁੜ ਕੇ
ਨਾਮ ਬਾਣੀ ਦਾ ਅਭਿਆਸ ਕਰਕੇ ਆਪਣਾ ਜੀਵਨ ਸਫਲਾ ਬਣਾਈਏ। ਅੱਜ ਦੀਵਾਲੀ ਦਾ